ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਮੈਂ ਬਲਜਿੰਦਰ ਕੌਰ, ਵੋਕੇਸ਼ਨਲ ਟ੍ਰੇਨਰ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਟਿੱਬੀ, ਡਿਸਟ੍ਰਿਕਟ ਫਤਿਹਗੜ੍ਹ ਸਾਹਿਬ। ਅੱਜ ਆਪਾਂ ਯੂਨਿਟ 5 ਦੇ ਬਾਰੇ ਗੱਲ ਕਰਾਂਗੇ। ਆਫਟਰ ਡਾਈਨਿੰਗ ਸਰਵਿਸਿਜ਼, ਮਤਲਬ ਜਦੋਂ ਖਾਣਾ ਖਾਣ ਤੋਂ ਬਾਅਦ ਕਿਹੜੇ ਸਰਵਿਸਿਜ਼ ਨੇ ਜਿਹੜੀਆਂ ਆਪਾਂ ਆਪਣੇ ਗੈਸਟ ਨੂੰ ਪ੍ਰੋਵਾਈਡ ਕਰਦੇ ਹਾਂ। ਇਸ ਯੂਨਿਟ ਦੇ ਵਿੱਚ ਆਪਾਂ ਪੜ੍ਹਾਂਗੇ ਇੰਪੋਰਟੈਂਸ ਆਫ ਬਿੱਲ ਐਂਡ ਪ੍ਰੈਜੈਂਟੇਸ਼ਨ ਟੂ ਕਸਟਮਰਸ। ਬਿੱਲ ਜੋ ਅਸੀਂ ਕਸਟਮਰ ਤੋਂ ਲੈਂਦੇ ਹਾਂ ਉਹਦੀ ਕੀ ਮਹੱਤਤਾ, ਅਤੇ ਉਹ ਆਪਾਂ ਕਿਵੇਂ ਕਸਟਮਰ ਨੂੰ ਆਪਣੇ ਗੈਸਟ ਨੂੰ ਦੇਣਾ ਹੈ। ਕੋਲੈਕਸ਼ਨ ਆਫ ਕੈਸ਼, ਉਹਨਾਂ ਤੋਂ ਕੈਸ਼ ਕਿਵੇਂ ਲੈਣਾ ਹੈ। ਗੈਸਟ ਫੀਡਬੈਕ, ਉਹਨਾਂ ਦੀ ਫੀਡਬੈਕ ਲੈਣੀ ਹੈ ਕਿ ਉਹਨਾਂ ਨੂੰ ਖਾਣਾ ਕਿਵੇਂ ਦਾ ਲੱਗਿਆ। ਪਲੱਸ ਕਲੀਨਿੰਗ ਟੇਬਲ, ਕਰੋਕਰੀ, ਖਾਣਾ ਖਾਣ ਤੋਂ ਬਾਅਦ ਉਹਨਾਂ ਦਾ ਅਸੀਂ ਟੇਬਲ ਜੋ ਹੈ ਉਹ ਕਿਵੇਂ ਕਲੀਨ ਕਰਨਾ ਹੈ। ਕਰੋਕਰੀ ਕਿਵੇਂ ਇਕੱਠੀ ਕਰਨੀ ਹੈ ਅਤੇ ਉਹਨੂੰ ਕਿਵੇਂ ਰੱਖਣਾ ਹੈ। ਰਿਸਪੋਂਸੀਬਿਲਿਟੀਜ਼ ਆਫ F&B ਸਟਾਫ, ਜਿਹੜਾ ਸਾਡਾ ਫੂਡ ਐਂਡ ਬੈਵਰੇਜ ਸਟਾਫ ਆ, ਉਹਦੀਆਂ ਕੀ ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼ ਨੇ। ਕਸਟਮਰ ਸੈਟਿਸਫੈਕਸ਼ਨ, ਸਾਡਾ ਕਸਟਮਰ ਹੈ ਜੋ ਹੈ ਸਾਡਾ ਗੈਸਟ ਹੈ, ਉਹ ਕਿੰਨਾ ਕੁ ਸੈਟਿਸਫਾਈ ਹੈ ਸਾਡੀ ਸਰਵਿਸ ਤੋਂ, ਉਹਨੂੰ ਕਿਵੇਂ ਸੈਟਿਸਫਾਈ ਕਰਨਾ ਹੈ। ਫੂਡ ਕੁਆਲਿਟੀ ਕਿਵੇਂ ਦੀ ਹੋਣੀ ਚਾਹੀਦੀ ਹੈ, ਅਤੇ ਪ੍ਰਾਈਸ। ਸੈਸ਼ਨ 1 ਹੈ ਇੰਪੋਰਟੈਂਸ ਆਫ ਬਿੱਲ ਪ੍ਰੈਪਰੇਸ਼ਨ ਐਂਡ ਇਟਸ ਪ੍ਰੈਜੈਂਟੇਸ਼ਨ ਟੂ ਕਸਟਮਰ, ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਕਸਟਮਰ ਨੂੰ ਜੋ ਹੈ ਉਹ ਬਿੱਲ ਦੇਣਾ ਹੈ ਅਤੇ ਉਹਦੀ ਕੀ ਮਹੱਤਤਾ ਹੈ। ਬੱਚੋ, ਕੋਈ ਵੀ ਗੈਸਟ ਜਦੋਂ ਆਪਣੇ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਆਉਂਦਾ ਹੈ ਤਾਂ ਅਸੀਂ ਉਹਨੂੰ ਬਿੱਲ ਦਿੰਦੇ ਹਾਂ ਉਹਦੇ ਖਾਣੇ ਦੇ ਬਦਲੇ। ਕਿੰਨਾ ਉਸਦਾ ਬਿੱਲ ਹੋਇਆ ਹੈ, ਜੋ ਕਿ ਇੱਕ ਪ੍ਰਿੰਟਡ ਜਾਂ ਰਿਟਨ ਫਾਰਮ ਦੇ ਵਿੱਚ ਦਿੰਦੇ ਹਾਂ, ਜਿਸ ਨੂੰ ਕਿ ਅਸੀਂ ਡਾਇਰੀ ਜਾਂ ਕੋਈ ਵੀ ਐਨਵਲਪ ਦੇ ਵਿੱਚ ਪਾ ਕੇ ਸਾਡੇ ਗੈਸਟ ਤੱਕ ਪਹੁੰਚਾਉਂਦੇ ਹਾਂ। ਉਸ ਦੇ ਖਾਣੇ ਦੇ ਬਦਲੇ ਜੋ ਵੀ ਸਰਵਿਸਿਜ਼ ਅਸੀਂ ਉਹਨੂੰ ਦਿੰਦੇ ਹਾਂ, ਉਸ ਦੇ ਬਦਲੇ ਉਹ ਸਾਨੂੰ ਜੋ ਵੀ ਮਨੀ ਪੇ ਕਰਦਾ ਹੈ ਉਸ ਨੂੰ ਅਸੀਂ ਬਿੱਲ ਕਹਿੰਦੇ ਹਾਂ, ਜੋ ਕਿ ਇੱਕ ਰਿਟਨ ਫਾਰਮ ਦੇ ਵਿੱਚ ਗੈਸਟ ਨੂੰ ਦਿੱਤਾ ਜਾਂਦਾ ਹੈ। ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਕਿ ਜੋ ਇੱਕ ਸਟੀਵਰਡ ਹੈ ਉਹ ਗੈਸਟ ਨੂੰ ਬਿੱਲ ਆ ਜੋ ਆਫਰ ਕਰ ਰਿਹਾ ਹੈ। ਅੱਗੇ ਹੈ ਕਿ ਜੋ ਬਿੱਲ ਹੈ ਉਹ ਕਿਸ ਤਰੀਕੇ ਦੇ ਨਾਲ ਗੈਸਟ ਸਾਹਮਣੇ ਰੱਖਣਾ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਕੋਈ ਵੀ ਗੈਸਟ ਆਪਣਾ ਖਾਣਾ ਫਿਨਿਸ਼ ਕਰਦਾ ਹੈ ਅਤੇ ਉਹ ਕੁਛ ਹੋਰ ਔਡਰ ਨਹੀਂ ਕਰਦਾ, ਤਾਂ ਜੋ ਵੇਟਰ ਹੈ ਉਹ ਦੇਖ ਲੈਂਦਾ ਹੈ ਕਿ ਗੈਸਟ ਨੇ ਖਾਣਾ ਜੋ ਹੈ ਫਿਨਿਸ਼ ਕਰ ਲਿਆ, ਤਾਂ ਉਹ ਪੋਲਾਈਟਲੀ ਉਹਨਾਂ ਦੇ ਟੇਬਲ ਕੋਲ ਜਾਏਗਾ ਅਤੇ ਉਹਨਾਂ ਨੂੰ ਪੁੱਛੇਗਾ ਕਿ ਤੁਹਾਨੂੰ ਕੁਛ ਹੋਰ ਚਾਹੀਦਾ ਹੈ। ਅਗਰ ਗੈਸਟ ਨੈਗੇਟਿਵ ਆਨਸਰ ਦਿੰਦਾ ਹੈ, ਇਫ ਦੇ ਸੈਡ ਨੋ ਕਿ ਨਹੀਂ ਕੁਛ ਨਹੀਂ ਚਾਹੀਦਾ, ਤਾਂ ਫਿਰ ਜੋ ਵੇਟਰ ਹੈ ਉਹ ਪੋਲਾਈਟਲੀ ਕਹਿੰਦਾ ਹੈ ਇਫ ਦ ਫਾਈਨਲ ਬਿਲਿੰਗ ਕੁਡ ਪ੍ਰੋਸੈਸਡ, ਕਿ ਅਸੀਂ ਹੁਣ ਤੁਹਾਨੂੰ ਬਿੱਲ ਆ ਜੋ ਉਹ ਦੇ ਸਕਦੇ ਹਾਂ। ਤਾਂ ਗੈਸਟ ਜੇ ਯੈਸ ਕਹਿੰਦਾ ਹੈ ਬਿੱਲ, ਕਿ ਹਾਂ ਮੈਨੂੰ ਬਿੱਲ ਦੇ ਦਿਓ, ਤਾਂ ਅਸੀਂ ਉਹਨੂੰ ਇੱਕ ਪ੍ਰਿੰਟਡ ਫਾਰਮ ਦੇ ਵਿੱਚ ਉਹਦੇ ਖਾਣੇ ਦੀ ਸਾਰੀ ਡਿਟੇਲ ਲਿਖ ਕੇ ਉਹਨੂੰ ਇੱਕ ਫੋਲਡਰ ਦੇ ਵਿੱਚ ਪਾ ਕੇ ਗੈਸਟ ਸਾਹਮਣੇ ਰੱਖਦੇ ਹਾਂ। ਫਿਰ ਅਸੀਂ ਰੱਖ ਤਾਂ ਦਿੱਤਾ ਉਹਦੇ ਕੋਲ ਬਿੱਲ, ਫਿਰ ਉਸ ਤੋਂ ਕੈਸ਼ ਆ ਉਹ ਕਿਸ ਹਿਸਾਬ ਦੇ ਨਾਲ ਕਲੈਕਟ ਕਰਨਾ। ਇਹ ਹਰ ਇੱਕ ਹੋਟਲ ਜਾਂ ਰੈਸਟੋਰੈਂਟ 'ਤੇ ਡਿਪੈਂਡ ਕਰਦਾ ਕਿ ਕਿਸ ਹਿਸਾਬ ਦੇ ਨਾਲ ਆਪਾਂ ਆਪਣੇ ਗੈਸਟ ਤੋਂ ਬਿੱਲ ਲੈਂਦੇ ਹਾਂ। ਕੁਛ ਜਿਹੜੇ ਰੈਸਟੋਰੈਂਟਸ ਜਾਂ ਹੋਟੇਲਸ ਨੇ ਉਹ ਕੈਸ਼ ਦੀ ਫਾਰਮ ਦੇ ਵਿੱਚ ਲੈਂਦੇ ਨੇ, ਬਟ ਨਾਓ ਡੇਜ਼ ਕੈਸ਼ ਆ ਜੋ ਉਹ ਬਹੁਤ ਘੱਟ ਯੂਜ਼ ਹੁੰਦਾ। ਹੁਣ ਜੋ ਲੋਕ ਨੇ ਉਹ ਆਲਮੋਸਟ ਕ੍ਰੈਡਿਟ, ਡੈਬਿਟ ਜਾਂ ਫੋਨਪੇ ਇਸ ਤਰੀਕੇ ਦੇ ਈ-ਪੇਜ਼ ਜੋ ਮੋਡ ਹੈ ਉਹ ਯੂਜ਼ ਕਰਦੇ ਨੇ। ਤਾਂ ਡੈਸਕ ਕੈਸ਼ੀਅਰ ਖੜ੍ਹਾ ਹੁੰਦਾ ਹੈ ਉੱਥੇ, ਤਾਂ ਅਗਰ ਕੋਈ ਗੈਸਟ ਫੋਰਨ ਤੋਂ ਹੈ, ਉਹਦੇ ਕੋਲ ਫੋਰਨ ਕਰੰਸੀ ਹੈ, ਤਾਂ ਉਹ ਜੇ ਹੋਟਲ ਕੋਲ ਉਹ ਅਵੇਲੇਬਿਲਿਟੀ ਹੈ ਕਿ ਉਹ ਫੋਰਨ ਕਰੰਸੀ ਐਕਸਚੇਂਜ ਕਰਦਾ ਹੈ, ਤਾਂ ਫਰਸਟਲੀ ਗੈਸਟ ਆ ਜੋ ਫੋਰਨ ਤੋਂ ਆਇਆ ਹੈ ਉਹਦੇ ਕੋਲ ਫੋਰਨ ਕਰੰਸੀ ਹੈ, ਤਾਂ ਉਹ ਐਕਸਚੇਂਜ ਕਰਵਾ ਸਕਦਾ ਹੈ। ਅਤੇ ਜਿਹੜਾ ਬਿੱਲ ਆ ਉਹ ਜੋ ਵੀ ਉੱਥੇ ਵੇਟਰ ਹੈ ਉਹਨੂੰ ਹੈਂਡ ਓਵਰ ਕਰਦਾ ਹੈ। ਕਦੇ ਵੀ ਬੱਚੋ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਾਂ ਆਪਣੇ ਗੈਸਟ ਨੂੰ ਖੁਦ ਤੋਂ ਟਿਪ ਲਈ ਨਹੀਂ ਕਹਾਂਗੇ ਕਿ ਸਾਨੂੰ ਟਿਪ ਦਿਓ। ਜੇਕਰ ਉਹਨੂੰ ਸਾਡੀਆਂ ਸਰਵਿਸਿਜ਼ ਵਧੀਆ ਲੱਗੀਆਂ ਤਾਂ ਗੈਸਟ ਹੈ ਜੋ ਉਹ ਸਾਨੂੰ ਖੁਦ ਬ ਖੁਦ ਜੋ ਟਿਪ ਹੈ ਉਹ ਦੇ ਦਿੰਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਗੈਸਟ ਨੂੰ ਬਿੱਲ ਦੇਤਾ, ਦੈਨ ਗੈਸਟ ਨੇ ਸਾਨੂੰ ਬਿੱਲ ਡਿਪੋਜ਼ਿਟ ਵੀ ਕਰਾਤਾ। ਫਿਰ ਅਸੀਂ ਕੋਲੈਕਟ ਕਰਦੇ ਹਾਂ ਫੀਡਬੈਕ ਸਾਡੇ ਗੈਸਟ ਦੀ, ਕਿ ਉਹਨੂੰ ਕਿਸ ਹਿਸਾਬ ਨਾਲ ਸਾਡੀਆਂ ਸਰਵਿਸਿਜ਼ ਉਹਨੂੰ ਕਿਵੇਂ ਲੱਗੀਆਂ। ਫੀਡਬੈਕ ਜੋ ਹੈ, ਫੀਡਬੈਕ ਕਮੈਂਟਸ ਜੋ ਹਨ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਇੱਕ ਹੋਟਲ ਅਤੇ ਰੈਸਟੋਰੈਂਟਸ ਦੇ ਲਈ, ਬਿਕਾਜ਼ ਇਹਦੇ ਨਾਲ ਕੀ ਹੈ,
ਸਾਨੂੰ ਪਤਾ ਚੱਲਦਾ ਕਿ ਸਾਡੇ ਵਿੱਚ ਕੀ ਕਮਜ਼ੋਰੀਆਂ ਨੇ, ਕੀ ਸਾਡੀ ਸਰਵਿਸਿਜ਼ ਦੇ ਵਿੱਚ ਕਮੀਆਂ ਰਹਿ ਗਈਆਂ ਅਤੇ ਕੀ ਸਾਡੇ ਕੋਲ ਵਧੀਆ ਕੁਛ ਹੈ। ਤਾਂ ਗੈਸਟ ਫੀਡਬੈਕ ਦੇ ਵਿੱਚ ਆਪਣਾ ਓਵਰਆਲ ਡਾਈਨਿੰਗ ਐਕਸਪੀਰੀਅੰਸ ਲਿਖਦਾ ਹੈ ਕਿ ਵੈਦਰ ਹੀ ਇਜ਼ ਸੈਟਿਸਫਾਈਡ ਔਰ ਨੋਟ, ਉਹਨੂੰ ਸਰਵਿਸਿਜ਼ ਕਿਵੇਂ ਦੀਆਂ ਲੱਗੀਆਂ ਸਾਡੇ ਹੋਟੇਲ ਜਾਂ ਸਾਡੇ ਰੈਸਟੋਰੈਂਟ ਦੀਆਂ। ਅਤੇ ਜੋ ਇੱਕ ਵੇਟਰ ਹੈ ਉਹ ਉਸਨੂੰ ਬਿੱਲ ਦੇਣ ਤੋਂ ਬਾਅਦ ਇੱਕ ਕਾਰਡ ਅਤੇ ਪੈਨ ਦਿੰਦਾ ਹੈ ਫੋਲਡਰ ਦੇ ਵਿੱਚ ਪਾ ਕੇ, ਅਤੇ ਗੈਸਟ ਹੈ ਜਿਹੜਾ ਉਹਨੂੰ ਰਿਕੁਐਸਟ ਕਰਦਾ ਕਿ ਇਹਦੇ ਉੱਪਰ ਆਪਣੀ ਫੀਡਬੈਕ ਫਿਲ ਕਰ ਦਿਉ। ਦੈਨ ਗੈਸਟ ਜੋ ਹੈ ਉਹ ਆਪਣੀ ਫੀਡਬੈਕ ਫਿਲ ਕਰ ਦਿੰਦਾ। ਹੁਣ ਫੀਡਬੈਕ ਹੈ ਜੋ ਉਹ ਜਿਵੇਂ ਤੁਸੀਂ ਦੇਖ ਰਹੇ ਹੋ ਫੋਨ 'ਤੇ ਵੀ ਐਪਸ ਦੇ ਜ਼ਰੀਏ ਗੈਸਟ ਹੈ ਜੋ ਉਹ ਦੇ ਸਕਦਾ ਹੈ। ਫੀਡਬੈਕ ਅਸੀਂ ਕਿਵੇਂ ਕਲੈਕਟ ਕਰ ਸਕਦੇ ਹਾਂ, ਜਿਵੇਂ ਕਿ ਆਪਾਂ ਪਿੱਛੇ ਦੇਖਿਆ ਹੈ ਕਿ ਅਸੀਂ ਫੋਨ ਦੇ ਥਰੂ ਵੀ ਕਰਵਾ ਸਕਦੇ ਹਾਂ, ਜਾਂ ਫਿਰ ਅਸੀਂ ਜਿਵੇਂ ਆਪਾਂ ਪਹਿਲਾਂ ਪੜ੍ਹਿਆ ਕਿ ਇੱਕ ਫੋਲਡਰ ਪੈਨ ਅਤੇ ਪੇਪਰ ਦੇ ਕੇ ਵੀ ਆਪਣੇ ਗੈਸਟ ਤੋਂ ਲੈ ਸਕਦੇ ਹਾਂ। ਹੁਣ ਬੱਚਿਓ ਆਪਾਂ ਗੱਲ ਕਰਾਂਗੇ ਕਲੀਨਿੰਗ ਟੇਬਲ। ਜਦੋਂ ਜੋ ਗੈਸਟ ਹੈ ਉਹ ਖਾਣਾ ਖਾ ਕੇ ਚਲਾ ਜਾਂਦਾ ਹੈ ਤਾਂ ਕਿਸ ਹਿਸਾਬ ਨਾਲ ਅਸੀਂ ਆਪਣਾ ਟੇਬਲ ਜੋ ਹੈ ਉਹ ਕਲੀਨ ਕਰਨਾ ਹੈ। Cleaning soiled dishes and table, collecting soiled dishes and cleaning the table। ਜੋ ਸਾਡੀਆਂ ਟੇਬਲ ਦੇ ਉੱਪਰ ਕੁਛ ਵੀ ਗਿਰਿਆ ਹੋਇਆ ਹੈ ਸੋਇਲ ਡਿਸ਼ਿਜ਼, ਜਦੋਂ ਗੈਸਟ ਨੇ ਖਾਣਾ ਖਾਧਾ ਤਾਂ ਉੱਥੇ ਓਬਵੀਅਸਲੀ ਟੇਬਲ ਦੇ ਉੱਪਰ ਕੁਛ ਨਾ ਕੁਛ ਗਿਰ ਜਾਂਦਾ ਹੈ, ਤਾਂ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਅੱਜ ਸਾਫ਼ ਕਰਨਾ ਹੈ। ਜੇਕਰ ਟੇਬਲ ਹੈ ਉਹ ਗੰਦਾ ਹੋਏਗਾ ਤਾਂ ਓਬਵੀਅਸਲੀ ਸਾਡਾ ਬੈਡ ਇੰਪ੍ਰੈਸ਼ਨ ਪਏਗਾ ਗੈਸਟ ਦੇ ਉੱਪਰ। ਸੋ ਇਹ ਬਹੁਤ ਇੰਪੋਰਟੈਂਟ ਹੈ ਇੱਕ ਸਟੀਵਰਡ ਦੇ ਲਈ, ਇੱਕ ਸਰਵਰ ਦੇ ਲਈ। ਵੇਟਰ, ਸਟੀਵਰਡ, ਸਰਵਰ ਇਹ ਸਾਰੇ ਇੱਕੋ ਹੀ ਨੇਮਸ ਨੇ ਜੋ ਗੈਸਟ ਨੂੰ ਖਾਣਾ ਆਫਰ ਕਰਦੇ ਨੇ। ਨਾਓ ਡੇਜ਼ ਅਸੀਂ ਵੇਟਰ ਵਰਡ ਨਹੀਂ ਯੂਜ਼ ਕਰਦੇ, ਸਟੀਵਰਡ ਔਰ ਸਰਵਰ ਯੂਜ਼ ਕਰਦੇ ਹਾਂ। ਤਾਂ ਜਦੋਂ ਕੋਈ ਵੀ ਗੈਸਟ ਹੈ ਜੋ ਖਾਣਾ ਫਿਨਿਸ਼ ਕਰਦਾ ਹੈ ਤਾਂ ਜਿਹੜਾ ਸਟੀਵਰਡ ਹੁੰਦਾ ਹੈ ਉਹਨੂੰ ਸਭ ਤੋਂ ਪਹਿਲਾਂ ਟੇਬਲ ਹੈ ਉਹ ਕਲੀਨ ਕਰਨਾ ਪੈਂਦਾ ਹੈ। ਇਹਦਾ ਪ੍ਰੋਸੀਜਰ ਕੀ ਹੈ ਕਲੀਨ ਕਰਨ ਦਾ? ਸਭ ਤੋਂ ਪਹਿਲਾਂ ਦੇਖੋ ਕਿ ਜੋ ਗੈਸਟ ਹੈ ਉਹਨੇ ਆਪਣਾ ਜੋ ਮੀਲ ਹੈ ਉਹ ਫਿਨਿਸ਼ ਕਰ ਲਿਆ ਹੈ। ਉਹਨੇ ਟੇਬਲ ਜਦੋਂ ਗੈਸਟ ਛੱਡਦਾ ਹੈ ਤਾਂ ਉਹਨੂੰ ਫਿਰ ਉਸ ਤੋਂ ਬਾਅਦ ਸਾਫ਼ ਕਰਨਾ ਹੈ। ਇਹ ਨਹੀਂ ਹੈ ਕਿ ਗੈਸਟ ਹਜੇ ਸਾਡਾ ਖਾਣਾ ਖਾ ਰਿਹਾ ਹੈ ਅਤੇ ਤੁਸੀਂ ਪਹਿਲਾਂ ਹੀ ਜਾਓ ਫਟਾਫਟ ਭੱਜੇ ਆਪਣੇ ਗੈਸਟ ਨੂੰ ਡਿਸਟਰਬ ਕਰੋ ਕਿ ਹਾਂਜੀ ਅਸੀਂ ਟੇਬਲ ਸਾਫ਼ ਕਰਨਾ ਹੈ। ਨੋ, ਐਵੇਂ ਨਹੀਂ ਕਰਨਾ। ਜਦੋਂ ਸਾਰਾ ਫਿਨਿਸ਼ ਕਰਦਾ ਹੈ ਮੀਲ ਇੱਕ ਗੈਸਟ, ਸਾਰੀਆਂ ਪਲੇਟਸ ਵਗੈਰਾ ਆਪਣੇ ਫਿਨਿਸ਼ ਕਰਦਾ ਹੈ, ਦੈਨ ਉਸ ਤੋਂ ਬਾਅਦ ਅਸੀਂ ਉੱਥੇ ਟੇਬਲ ਕਲੀਨਿੰਗ ਦੇ ਲਈ ਜਾਣਾ ਹੈ। ਉੱਥੋਂ ਅਸੀਂ ਸਾਰੀਆਂ ਜੋ ਵੀ ਪਲੇਟਸ ਨੇ, ਕਟਲਰੀ ਪਈ ਆ ਉੱਥੇ, ਜਿਵੇਂ ਕਿ ਸਪੂਨ, ਫੋਕਸ, ਨਾਈਫਸ ਅਤੇ ਜਾਂ ਹੋਰ ਕੋਈ ਵੀ ਡਿਸ਼ਿਜ਼ ਨੇ, ਉਹ ਸਾਰੀਆਂ ਪਹਿਲਾਂ ਉੱਥੋਂ ਰਿਮੂਵ ਕਰਨੀਆਂ ਨੇ, ਉੱਥੋਂ ਚੱਕਣੀਆਂ ਨੇ। ਇਹ ਪ੍ਰੋਸੈਸ ਆ ਜਿਹੜਾ ਅਸੀਂ ਰਾਈਟ ਹੈਂਡ ਸਾਈਡ ਤੋਂ ਸਟਾਰਟ ਕਰਦੇ ਹਾਂ। ਗੈਸਟ ਦੇ ਰਾਈਟ ਹੈਂਡ ਸਾਈਡ 'ਤੇ ਖੜ੍ਹ ਕੇ ਅਸੀਂ ਕਲੀਨ ਕਰਨਾ ਸ਼ੁਰੂ ਕਰਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਜੋ ਵੀ ਉੱਥੇ ਹੋਰ ਸਮਾਨ ਪਿਆ ਹੁੰਦਾ ਉਹ ਸਾਰਾ ਉੱਥੋਂ ਚੱਕਦੇ ਹਾਂ। ਦੈਨ ਉਸ ਤੋਂ ਬਾਅਦ ਮਤਲਬ ਜਦੋਂ ਇੱਕ ਗੈਸਟ ਹੈ ਉਹ ਆਪਣਾ ਮੇਨ ਕੋਰਸ ਫਿਨਿਸ਼ ਕਰਦਾ ਹੈ, ਅਸੀਂ ਉਹਦੀ ਜੋ ਵੀ ਉਹਨੇ ਖਾਇਆ ਹੈ ਉਹਦੀਆਂ ਉੱਥੇ ਪਲੇਟ ਸੀ ਜਾਂ ਕੁਛ ਵੀ ਗਿਰਿਆ ਹੋਇਆ ਸੀ ਉਹ ਸਾਰਾ ਅਸੀਂ ਗੈਸਟ ਦੇ ਅੱਗੋਂ ਚੱਕ ਲਿਆ। ਉਹ ਵੀ ਕਦੋਂ ਚੱਕਣਾ ਹੈ? ਜਦੋਂ ਗੈਸਟ ਹੈ ਉਹਨੇ ਆਪਣਾ ਟੋਟਲ ਫੂਡ ਆ ਜੋ ਫਿਨਿਸ਼ ਕਰ ਲਿਆ। ਫਿਰ ਅਸੀਂ ਉੱਥੋਂ ਸਭ ਕੁਛ ਕਲੀਨ ਕਰਕੇ, ਇਹ ਸਭ ਕੁਛ ਅਸੀਂ ਕਦੋਂ ਕਲੀਨ ਕਰਨਾ ਹੈ? ਜਦੋਂ ਗੈਸਟ ਹੈ ਉਹ ਆਪਣਾ ਮੇਨ ਕੋਰਸ ਫਿਨਿਸ਼ ਕਰਦਾ ਹੈ। ਫਿਰ ਉਸ ਤੋਂ ਬਾਅਦ ਅਸੀਂ ਗੈਸਟ ਨੂੰ ਡੈਜ਼ਰਟ ਆਫਰ ਕਰਦੇ ਹਾਂ, ਕੁਛ ਜਿਹਨੂੰ ਆਪਾਂ ਮਿੱਠਾ ਵੀ ਕਹਿ ਦਿੰਦੇ ਹਾਂ, ਉਹ ਆਫਰ ਕਰਦੇ ਹਾਂ। ਇਸ ਦੇ ਵਿੱਚ ਅਸੀਂ ਟੇਬਲ ਦੇ ਉੱਪਰ ਜੋ ਵੀ ਗੈਸਟ ਨੂੰ ਇੱਕ ਡੈਜ਼ਰਟ ਖਾਣ ਦੇ ਲਈ ਜੋ ਵੀ ਕਟਲਰੀ, ਕਰੋਕਰੀ ਦੀ ਜ਼ਰੂਰਤ ਹੁੰਦੀ ਹੈ ਉਹ ਅਸੀਂ ਉੱਥੇ ਰੱਖਦੇ ਹਾਂ। ਜਾਂ ਫਿਰ ਕੋਈ ਗਲਾਸ ਜਾਂ ਫਿਰ ਬੋਟਲ ਜੇ ਉੱਥੇ ਪਈ ਹੈ ਬਟ ਉਹ ਖਾਲੀ ਹੈ ਤਾਂ ਉਹਨੂੰ ਵੀ ਨਾਲ ਹੀ ਅਸੀਂ ਰਿਮੂਵ ਕਰਦੇ ਹਾਂ। ਫਿਰ ਉਸ ਤੋਂ ਬਾਅਦ ਜੋ ਵੀ ਗੈਸਟ ਨੂੰ ਇੱਕ ਡੈਜ਼ਰਟ ਖਾਣ ਦੇ ਲਈ ਜੋ ਵੀ ਡਿਸ਼ਿਜ਼ ਦੀ ਲੋੜ ਪੈਂਦੀ ਹੈ ਉਹ ਅਸੀਂ ਉੱਥੇ ਰੱਖਦੇ ਹਾਂ। ਦੈਨ ਅਸੀਂ ਆਪਣੀ ਡੈਜ਼ਰਟ ਆ ਜੋ ਉਹ ਗੈਸਟ ਅੱਗੇ ਰੱਖਦੇ ਹਾਂ। ਫਿਰ ਉਸ ਤੋਂ ਬਾਅਦ ਜਦੋਂ ਗੈਸਟ ਉਹ ਫਿਨਿਸ਼ ਕਰਦਾ ਹੈ ਦੈਨ ਫਿਰ ਅਸੀਂ ਉਹਨੂੰ ਵੀ ਰਿਮੂਵ ਕਰਦੇ ਹਾਂ।
ਜੋ ਇਸ 'ਚ ਧਿਆਨ ਰੱਖਣਾ ਹੈ ਕਿ ਜੋ ਵੇਟਰ ਹੈ ਉਹ ਸਿਰਫ ਇੱਕ ਸਾਈਡ 'ਤੇ ਖੜ੍ਹ ਕੇ ਇਹ ਸਭ ਕੁਛ ਕਲੀਨ ਕਰੂਗਾ। ਇਹ ਨਹੀਂ ਹੈ ਕਿ ਤੁਸੀਂ ਗੈਸਟ ਦੇ ਵਿੱਚ ਜਾ ਕੇ ਫਿਰ ਕਲੀਨ ਕਰਨਾ ਹੈ। ਤੁਸੀਂ ਗੈਸਟ ਦੇ ਰਾਈਟ ਹੈਂਡ ਸਾਈਡ 'ਤੇ ਖੜ੍ਹ ਕੇ ਬਿਲਕੁਲ ਪੋਲਾਈਟ ਮੈਨਰ ਦੇ ਨਾਲ, ਸੋ ਕਿ ਜੋ ਸਾਡਾ ਗੈਸਟ ਹੈ ਉਹ ਡਿਸਟਰਬ ਨਾ ਹੋਵੇ, ਇਸ ਵੇ ਦੇ ਨਾਲ ਤੁਸੀਂ ਉੱਥੋਂ ਜੋ ਡਿਸ਼ਿਜ਼ ਨੇ, ਜੋ ਕਟਲਰੀ ਹੈ, ਕਰੋਕਰੀ ਹੈ, ਉਹ ਫਿਰ ਰਿਮੂਵ ਕਰਨੀ ਹੈ। ਕਲੀਨਿੰਗ ਦਾ ਵਰਕ ਏਰੀਆ ਆਫਟਰ ਡਾਈਨਿੰਗ। ਜਦੋਂ ਗੈਸਟ ਜੋ ਹੈ ਡਾਈਨ ਕਰਨ ਤੋਂ ਬਾਅਦ, ਖਾਣਾ ਖਾਣ ਤੋਂ ਬਾਅਦ, ਉਹ ਏਰੀਆ ਅਸੀਂ ਕਿਵੇਂ ਕਲੀਨ ਕਰਨਾ ਹੈ। ਵਾਈਪ ਟੇਬਲ ਟੋਪਸ ਐਂਡ ਰੀ ਕਲੋਥ ਇਟ ਐਜ਼ ਐਪਰੋਪਰੀਏਟ। ਟੇਬਲ ਦੇ ਉੱਪਰ ਵਾਈਪ ਕਰਨਾ ਹੈ ਤੁਸੀਂ, ਫਿਰ ਉਸ ਤੋਂ ਬਾਅਦ ਉੱਤੇ ਦੁਬਾਰਾ ਕੱਪੜਾ ਵਿਛਾਉਣਾ ਹੈ ਇੱਕ ਪ੍ਰੋਪਰ ਮੈਨਰ ਦੇ ਨਾਲ। ਰੀਸੈਟ ਦ ਟੇਬਲਸ ਐਂਡ ਵਰਕ ਸਟੇਸ਼ਨਸ ਇਫ ਰਿਕੁਆਇਰਡ। ਜੇਕਰ ਤੁਹਾਨੂੰ ਲੱਗਦਾ ਹੈ ਕਿ ਟੇਬਲ ਹੈ ਜੋ ਉਹ ਸਾਡਾ ਕਾਫੀ ਗੰਦਾ ਹੋ ਗਿਆ, ਉਹਨੂੰ ਦੁਬਾਰਾ ਰੀਸੈਟ ਕਰਨ ਦੀ ਜ਼ਰੂਰਤ ਹੈ, ਤਾਂ ਉਹ ਕਰ ਦਿਓ। ਸਵਿਚ ਆਫ ਐਂਡ ਕਲੀਨ ਵਰਕ ਸਟੇਸ਼ਨ ਹੌਟ ਪਲੇਟਸ। ਬੱਚੇ ਇੱਥੇ ਹੌਟ ਪਲੇਟਸ ਦੀ ਗੱਲ, ਹੌਟ ਪਲੇਟਸ ਦਾ ਮਤਲਬ ਹੈ ਕੁਛ ਰੈਸਟੋਰੈਂਟਸ ਨੇ ਜਿਹੜੇ ਆਲਮੋਸਟ, ਹੁਣ ਜਿਹੜੇ ਵੀ ਵਧੀਆ ਰੈਸਟੋਰੈਂਟਸ ਨੇ ਉਹ ਕੀ ਕਰਦੇ ਨੇ, ਉਹਨਾਂ ਦੇ ਟੇਬਲਸ ਦੇ ਉੱਪਰ ਹੀ ਹੌਟ ਪਲੇਟਸ ਲੱਗੀਆਂ ਹੁੰਦੀਆਂ ਨੇ। ਸਾਡਾ ਖਾਣਾ ਉਹਨਾਂ ਉੱਪਰ ਰੱਖਿਆ ਜਾਂਦਾ ਹੈ, ਜਿਹਦੇ ਨਾਲ ਕੀ ਹੈ, ਖਾਣਾ ਗਰਮ ਰਹਿੰਦਾ ਹੈ। ਤਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਹੌਟ ਪਲੇਟਸ ਵੀ ਕਲੀਨ ਕਰਨ ਵਾਲੀਆਂ ਨੇ, ਤਾਂ ਪਹਿਲਾਂ ਸਵਿਚ ਆਫ ਕਰੋ ਵਰਕ ਸਟੇਸ਼ਨ ਨੂੰ, ਫਿਰ ਹੌਟ ਪਲੇਟਸ ਨੂੰ ਕਲੀਨ ਕਰੋ। ਰਿਟਰਨ ਸਪੈਸ਼ਲ ਇਕੁਇਪਮੈਂਟ ਟੂ ਦੀ ਰਿਸਪੈਕਟਿਵ ਵਰਕ ਏਰੀਆਜ਼। ਜੋ ਜਿੱਥੇ ਸਮਾਨ ਚੱਕਿਆ ਹੈ ਉਹਨੂੰ ਵਾਪਿਸ ਉੱਥੇ ਹੀ ਕਰ ਦਿਓ। ਕਟਲਰੀ ਕਰੋਕਰੀ ਨੂੰ ਕਪਬੋਰਡਸ ਦੇ ਵਿੱਚ ਰੱਖ ਦਿਓ। ਜਿਹੜਾ ਉੱਥੇ ਹੋਰ ਕੋਈ ਇਲੈਕਟ੍ਰਿਕ ਅਪਲਾਇੰਸਿਸ ਪਏ ਨੇ ਉਹਨਾਂ ਨੂੰ ਅਨਪਲੱਗ ਕਰ ਦਿਓ ਸੋਕੇਟ ਦੇ ਵਿੱਚੋਂ। ਜਿਹੜੇ ਕਿ ਉੱਥੇ ਫੂਡ ਜਾਂ ਫਿਰ ਕੋਈ ਵੀ ਡਰਿੰਕ ਪਿਆ, ਉਹ ਆਪਣੀ ਆਪਣੀ ਜਗ੍ਹਾ 'ਤੇ ਵਾਪਿਸ ਉਹਨਾਂ ਨੂੰ ਰੱਖ ਦਿਓ। ਅਤੇ ਫਿਰ ਜਿਹੜਾ ਫਲੋਰ ਆ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਸਵੀਪ ਕਰੋ, ਪਹਿਲਾਂ ਝਾੜੂ ਲਗਾਓ, ਫਿਰ ਉੱਥੇ ਮੋਪ ਕਰੋ, ਪੋਚਾ ਲਗਾਓ। ਜਿਹੜਾ ਏਰੀਆ ਇੱਕ ਸੁਪਰਵਾਈਜ਼ਰ ਨੂੰ ਅਲੋਟ ਹੋਇਆ ਉਹ ਬਿਲਕੁਲ ਕਲੀਅਰ ਅਤੇ ਕਲੀਨ ਹੋਣਾ ਚਾਹੀਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜੋਬ ਰਿਸਪੋਂਸੀਬਿਲਿਟੀਜ਼। ਕਿਹੜੀਆਂ ਜੋਬ ਰਿਸਪੋਂਸੀਬਿਲਿਟੀਜ਼ ਨੇ। ਫਸਟ ਆਫ ਆਲ F&B ਸਟਾਫ ਅਤੇ F&B ਮੈਨੇਜਰ ਦੀਆਂ ਕੀ ਰਿਸਪੋਂਸੀਬਿਲਿਟੀਜ਼ ਨੇ। ਸਭ ਤੋਂ ਪਹਿਲੀ ਗੱਲ, ਉਹਨਾਂ ਨੇ ਓਵਰਆਲ ਓਪਰੇਸ਼ਨ ਦੇਖਣਾ ਹੁੰਦਾ ਹੈ ਸਰਵਿਸ ਡਿਪਾਰਟਮੈਂਟ ਦਾ, ਕਿ ਸਭ ਕੁਛ ਜੋ ਹੈ ਉਹ ਠੀਕ ਚੱਲ ਰਿਹਾ ਹੈ। ਇੰਸ਼ੋਰ ਦਾ ਸਿਟਿੰਗ ਐਂਡ ਇੰਪਲੀਮੈਂਟੇਸ਼ਨ ਆਫ F&B ਪੋਲਿਸੀਜ਼। ਜੋ ਵੀ ਸੈਟਿੰਗਸ ਨੇ ਜਾਂ ਫਿਰ ਜੋ ਵੀ ਉਹਨਾਂ ਨੇ ਪੋਲਿਸੀਜ਼, ਜੋ ਵੀ ਰੂਲਸ ਬਣਾਏ ਹੋਏ ਨੇ, ਉਹ ਪ੍ਰੋਪਰ ਇੰਪਲੀਮੈਂਟ ਹੋ ਰਹੇ ਨੇ ਜਾਂ ਨਹੀਂ। ਇੰਸ਼ੋਰ ਦੈਟ ਦ ਸੈਟ ਪ੍ਰੋਫਿਟ ਮਾਰਜਿਨਸ ਆਰ ਮੈਟ। ਹੋਰ ਕੀ ਧਿਆਨ 'ਚ ਰੱਖਣਾ ਹੈ, ਜੋ ਵੀ ਪ੍ਰੋਫਿਟ, ਜੋ ਇੱਕ ਮਾਰਜਿਨ ਸੈੱਟ ਕੀਤਾ ਹੁੰਦਾ ਹੈ ਕਿ ਹਾਂਜੀ ਸਾਨੂੰ ਇੰਨੇ % ਜੋ ਹੈ ਪ੍ਰੋਫਿਟ ਹੋਣਾ ਹੀ ਹੋਣਾ ਚਾਹੀਦਾ ਹੈ, ਤਾਂ ਉਹ ਦੇਖਣਾ ਚਾਹੀਦਾ ਹੈ ਇੱਕ F&B ਮੈਨੇਜਰ ਨੂੰ ਕਿ ਉਹ ਅਸੀਂ ਪ੍ਰੋਫਿਟ ਨੂੰ ਮੀਟ ਕਰ ਰਹੇ ਹਾਂ, ਸਾਨੂੰ ਉਹਨਾਂ ਪ੍ਰੋਫਿਟ ਮਿਲ ਰਿਹਾ ਹੈ ਜਾਂ ਨਹੀਂ। ਅਪਡੇਟਸ ਐਂਡ ਕੰਪਲੀਟ ਵਾਈਨ ਲਿਸਟਸ। ਜੋ ਵੀ ਉੱਥੇ ਮਤਲਬ ਲਿਸਟ ਦੇ ਵਿੱਚ ਜੋ ਵੀ ਘੱਟ ਹੈ ਉਹਨੂੰ ਕੰਪਲੀਟ ਕਰੋ। ਜੋ ਵੀ ਆਈਟਮਸ ਸਾਡੇ ਕੋਲ ਘੱਟ ਨੇ ਉਹਨੂੰ ਅਪਡੇਟ ਕਰੋ। ਕੰਪਾਈਲਸ ਦਾ ਮੈਨਿਊ ਇਨ ਰਿਲੇਸ਼ਨ ਵਿਦ ਦ ਕਿਚਨ ਦੇ ਨਾਲ ਮੈਨਿਊ ਦੇ ਵਿੱਚ ਜੋ ਵੀ ਆਈਟਮਸ ਨੇ ਉਹਨਾਂ ਦਾ ਮਿਲਾਨ ਕਰੋ ਕਿ ਹਾਂਜੀ ਇਹ ਸਭ ਕੁਛ ਅਵੇਲੇਬਲ ਹੈ ਜਾਂ ਨਹੀਂ। ਫੂਡ ਮਟੀਰੀਅਲ, ਜਿਵੇਂ ਕਿ ਜਿਹੜਾ ਕੱਚਾ ਖਾਣਾ ਹੈ ਉਹਨੂੰ ਖਰੀਦੋ, ਫਿਰ ਉਸ ਤੋਂ ਬਾਅਦ ਕੁਆਲਿਟੀ ਦੇਖੋ ਕਿ ਵਧੀਆ ਬਣ ਰਿਹਾ ਹੈ ਖਾਣਾ, ਕਿਉਂਕਿ ਗੈਸਟ ਜੋ ਹੈ ਉਹ ਸਾਨੂੰ ਪੈਸਾ ਪੇ ਕਰ ਰਿਹਾ, ਤਾਂ ਓਬਵੀਅਸਲੀ ਉਹ ਕੁਆਲਿਟੀ ਵੀ ਦੇਖਦਾ ਅਤੇ ਕੁਆਂਟਿਟੀ ਵੀ ਦੇਖਦਾ। ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਇੰਸ਼ੋਰ ਕਰੋ ਕਿ ਅਸੀਂ ਪ੍ਰੋਪਰ ਆਪਣੇ ਗੈਸਟ ਨੂੰ ਇਹ ਚੀਜ਼ਾਂ ਪ੍ਰੋਵਾਈਡ ਕਰਵਾ ਰਹੇ ਹਾਂ ਜਾਂ ਨਹੀਂ। ਇੰਸ਼ੋਰ ਸਟਾਫ ਟ੍ਰੇਨਿੰਗ ਇਨ ਮੇਨਟੇਨਿੰਗ ਹਾਈਐਸਟ ਪ੍ਰੋਫੈਸ਼ਨਲ ਸਟੈਂਡਰਡਸ। ਤੁਸੀਂ ਹੋਰ ਕੀ ਇੱਕ ਡਿਊਟੀ ਕੀ ਹੈ F&B ਮੈਨੇਜਰ ਦੀ, ਉਹਨੇ ਦੇਖਣਾ ਹੈ ਕਿ ਜੋ ਸਾਡਾ ਸਟਾਫ ਹੈ ਉਹ ਸਟੈਂਡਰਡਸ ਨੂੰ ਮੈਚ ਕਰ ਰਿਹਾ ਹੈ, ਮੇਨਟੇਨ ਕਰਕੇ ਰੱਖ ਰਿਹਾ ਹੈ ਜਾਂ ਨਹੀਂ। ਹੁਣ ਆ ਗਿਆ ਰੈਸਟੋਰੈਂਟ ਮੈਨੇਜਰ ਦੀਆਂ। ਮੈਨੇਜਿਸ ਇੰਪਲੋਇਜ਼, ਜੋ ਉੱਥੇ ਕੰਮ ਕਰਦੇ ਨੇ ਉਹਨਾਂ ਦਾ ਧਿਆਨ ਰੱਖਣਾ, ਉਹਨਾਂ ਦਾ ਵਰਕ ਹੈ ਜੋ ਮੈਨੇਜ ਕਰਨਾ। ਰੈਗੂਲੇਟਸ ਬਿਜ਼ਨਸ ਆਪਰੇਸ਼ਨਸ, ਜੋ ਵੀ ਉੱਥੇ ਮਤਲਬ ਬਿਜ਼ਨਸ ਨੂੰ ਲੈ ਕੇ ਜੋ ਵੀ ਗੋਲਸ ਵਗੈਰਾ ਸੈੱਟ ਕੀਤੇ ਹੋਏ ਨੇ ਉਹ ਉਹਨਾਂ ਨੂੰ ਮੋਨੀਟਰ ਕਰਨਾ। ਰਿਜ਼ੋਲਵਸ ਕਸਟਮਰ ਇਸ਼ੂਜ਼,
ਜੋ ਵੀ ਕਸਟਮਰਸ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਨਾ, ਕ੍ਰੀਏਟਸ ਵਰਕ ਸਕੈਜੂਲਸ, ਪ੍ਰੋਪਰ ਆਪਣੇ ਇੰਪਲੋਇਜ਼ ਨੂੰ ਉਹਨਾਂ ਦੇ ਸਕੈਜੂਲ ਦੇ ਅਕੋਰਡਿੰਗ ਵਰਕ ਹੈ ਜਿਹੜਾ ਉਹ ਅਸਾਈਨ ਕਰੋ, ਮੋਨੀਟਰਸ ਐਂਡ ਇਵੈਲੂਏਟਸ ਇੰਪਲੋਇਜ਼ ਪਰਫੋਰਮੈਂਸ ਐਂਡ ਮੋਟੀਵੇਟਸ ਦ ਕੰਸਰਨਡ ਸਟਾਫ। ਜੋ ਵੀ ਸਾਡੇ ਇੰਪਲੋਇਜ਼ ਨੇ ਉਹਨਾਂ ਦੀ ਪਰਫੋਰਮੈਂਸ ਦੇਖੋ ਕਿ ਉਹ ਸਹੀ ਜੋਬ ਰੋਲ ਕਰ ਰਹੇ ਨੇ। ਇਫ ਯੈਸ ਦੇ ਆਰ ਡੂਇੰਗ ਗੁੱਡ ਦੈਨ ਉਹਨਾਂ ਨੂੰ ਮੋਟੀਵੇਟ ਕਰੋ। ਜੋ ਕੰਸਰਨ ਸਟਾਫ ਹੈ ਉਹਨਾਂ ਨੂੰ ਉਹਨਾਂ ਦਾ ਐਂਥੂਜ਼ੀਆਜ਼ਮ ਇਨਕਰੀਜ਼ ਕਰੋ। ਮੋਨੀਟਰਸ ਇਨਵੈਂਟਰੀ, ਜੋ ਵੀ ਆਰਡਰ ਅਸੀਂ ਕਰ ਰਹੇ ਹਾਂ ਜਾਂ ਫਿਰ ਜੋ ਡਿਲੀਵਰੀ ਸਾਡੇ ਕੋਲ ਹੋ ਰਹੀ ਹੈ ਉਹ ਪ੍ਰੋਪਰਲੀ ਹੋ ਰਹੀ ਹੈ। ਰੈਸਟੋਰੈਂਟ ਮੈਨੇਜਰ ਦੀ ਹੋਰ ਕੀ ਡਿਊਟੀ ਹੈ, ਮੀਟਸ ਹੈਲਥ ਐਂਡ ਸੇਫਟੀ ਰੈਗੂਲੇਸ਼ਨਸ, ਜੋ ਵੀ ਸੇਫਟੀ ਮੇਜਰਸ ਨੇ ਉਹ ਕੰਪਲੀਟ ਹੋ ਰਹੇ ਨੇ ਜਾਂ ਨਹੀਂ ਹੋ ਰਹੇ। ਕਮਿਊਨੀਕੇਸ਼ਨ ਐਂਡ ਕੋਆਰਡੀਨੇਸ਼ਨ ਨੋਟਸ ਅਮੰਗ ਇੰਪਲੋਇਜ਼, ਜੋ ਸਾਡੀ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਪ੍ਰੋਪਰ ਜਿਹੜਾ ਵਰਕ ਹੈ ਉਹ ਪ੍ਰੋਪਰ ਕੋਆਰਡੀਨੇਸ਼ਨ ਦੇ ਨਾਲ ਹੋ ਰਿਹਾ ਇੰਪਲੋਇਜ਼ ਦੇ, ਬਿਕਾਜ਼ ਕੋਆਰਡੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਿ ਕਮਿਊਨੀਕੇਸ਼ਨ ਐਂਡ ਕੋਆਰਡੀਨੇਸ਼ਨ ਬਿਟਵੀਨ ਕਿਚਨ ਐਂਡ ਕਾਊਂਟਰ ਸੇਲਸ ਐਗਜ਼ੀਕਿਊਟਿਵ ਇਜ਼ ਇੰਪੋਰਟੈਂਟ। ਕਮਿਊਨੀਕੇਸ਼ਨ ਸਾਡੀ ਕਿਚਨ ਅਤੇ ਕਾਊਂਟਰ ਸੇਲਸ ਦੇ ਨਾਲ ਹੋਣੀ ਬਹੁਤ ਜ਼ਰੂਰੀ ਹੈ। ਇਨ ਅ ਕਸਟਮਰ ਸੇਲਸ ਆਰਗੇਨਾਈਜੇਸ਼ਨ ਅ ਕਸਟਮਰ ਸੇਲਸ executive needs to coordinate with the kitchen staff to customize the order as per a customer's requirements। ਇੱਥੋਂ ਕਿਚਨ ਦੇ ਸਟਾਫ ਨੂੰ ਕਿੱਥੋਂ ਪਤਾ ਚੱਲਦਾ ਹੈ ਕਿ ਹਾਂਜੀ ਉਹਨਾਂ ਨੇ ਇਹ ਫੂਡ ਪ੍ਰੀਪੇਅਰ ਕਰਨਾ ਹੈ? ਸੇਲਸ ਐਗਜ਼ੀਕਿਊਟਿਵ ਤੋਂ। ਸੇਲਸ ਐਗਜ਼ੀਕਿਊਟਿਵ ਜੋ ਹੈ ਉਹ ਕਿਚਨ ਸਟਾਫ ਨੂੰ ਦੱਸਦਾ ਹੈ ਆਰਡਰ, ਅਤੇ ਕਿਚਨ ਸਟਾਫ ਜੋ ਹੈ ਉਸ ਅਕੋਰਡਿੰਗਲੀ ਪ੍ਰੀਪੇਅਰ ਕਰਦਾ ਹੈ। The person communicates with the kitchen department for the preparation of various foods and beverage items as per the order। ਜਿਸ ਹਿਸਾਬ ਦੇ ਨਾਲ ਇੱਕ ਪਰਸਨ ਜੋ ਗੈਸਟ ਹੈ ਉਹ ਜਿਸ ਹਿਸਾਬ ਦਾ ਵੀ ਫੂਡ ਆਰਡਰ ਕਰਦਾ ਹੈ ਤਾਂ ਸੇਲਸ ਐਗਜ਼ੀਕਿਊਟਿਵ ਕਿਚਨ ਦੇ ਨਾਲ ਕਮਿਊਨੀਕੇਟ ਕਰਕੇ ਆਰਡਰ ਹੈ ਜੋ ਪ੍ਰੀਪੇਅਰ ਕਰਵਾਉਂਦਾ ਹੈ। ਦੈਨ ਆਉਂਦਾ ਹੈ ਕਸਟਮਰ ਸੈਟਿਸਫੈਕਸ਼ਨ। Customer satisfaction helps managers identify their weakness, and these flaws might be solved by understanding the customer's real requirements and needs। ਕਸਟਮਰ ਸੈਟਿਸਫੈਕਸ਼ਨ ਸਾਨੂੰ ਦੱਸਦੀ ਹੈ ਕਿ ਸਾਡਾ ਲੈਵਲ ਕਿੱਥੇ ਹੈ, ਕਿੱਥੇ ਅਸੀਂ ਸਟੈਂਡ ਕਰਦੇ ਹਾਂ, ਕਿ ਸਾਡੇ ਵਿੱਚ ਪ੍ਰੋਨਸ ਐਂਡ ਕੌਨਸ ਨੇ। ਕਸਟਮਰ ਸੈਟਿਸਫੈਕਸ਼ਨ ਹੈ ਉਹ ਬਹੁਤ ਜ਼ਰੂਰੀ ਹੈ। ਕੁਛ ਜਿਹੜੇ ਰੈਸਟੋਰੈਂਟਸ ਨੇ ਉਹ ਅਚੀਵ ਨਹੀਂ ਕਰ ਪਾਉਂਦੇ ਕਸਟਮਰ ਸੈਟਿਸਫੈਕਸ਼ਨ, ਉਹਨਾਂ ਨੂੰ ਸੈਟਿਸਫਾਈ ਨਹੀਂ ਕਰਵਾ ਸਕਦੇ। ਟੂ ਅਚੀਵ ਕਸਟਮਰ ਸੈਟਿਸਫੈਕਸ਼ਨ ਅ ਰੈਸਟੋਰੈਂਟ ਮਸਟ ਹੈਵ ਕੋਰਡੀਅਲ ਐਟਮੋਸਫੀਅਰ। ਇੱਕ ਆਪਣੇ ਗੈਸਟ ਨੂੰ ਇੱਕ ਵਧੀਆ ਤਰੀਕੇ ਦਾ ਐਟਮੋਸਫੀਅਰ ਪ੍ਰੋਵਾਈਡ ਕਰੋ। ਇਫ ਵੀ ਵਾਂਟ ਟੂ ਸੈਟਿਸਫਾਈ ਆਰ ਕਸਟਮਰ, ਸਰਵ ਡਿਲੀਸ਼ੀਅਸ ਫੂਡ ਆਈਟਮਸ, ਬਿਕਾਜ਼ ਸਾਡੇ ਕੋਲ ਜੇ ਕੋਈ ਗੈਸਟ ਆਉਂਦਾ ਹੈ ਓਬਵੀਅਸਲੀ ਸਾਡੇ ਕੋਲ ਕਿਹੜਾ ਗੈਸਟ ਆ, ਸਾਡੇ ਕੋਲ ਗੈਸਟ ਕਿਉਂ ਆਊਗਾ? ਇਫ ਵੀ ਆਰ ਪ੍ਰੋਵਾਈਡਿੰਗ ਹਿਮ ਸਮ ਡਿਲੀਸ਼ੀਅਸ ਫੂਡ, ਤਾਂ ਹੀ ਸਾਡੇ ਕੋਲ ਗੈਸਟ ਆਊਗਾ। ਇਸ ਕਰਕੇ ਉਹਨੂੰ ਵਧੀਆ ਖਾਣਾ ਖਵਾਓ ਐਂਡ ਪ੍ਰੋਵਾਈਡ ਕੁਆਲਿਟੀ ਸਰਵਿਸ। ਇੱਕ ਕੁਆਲਿਟੀ ਦੀ ਜੋ ਸਰਵਿਸ ਹੈ ਉਹਨੂੰ ਦਿਓ। ਮੋਸਟ ਰੈਸਟੋਰੈਂਟਸ ਔਰ ਫੂਡ ਐਸਟੈਬਲਿਸ਼ਮੈਂਟਸ ਬਿਲੀਵ ਦੈਟ ਦ ਕਸਟਮਰ ਇਜ਼ ਆਲਵੇਜ਼ ਰਾਈਟ। ਆਲਮੋਸਟ ਜਿਹੜੇ ਸਾਰੇ ਰੈਸਟੋਰੈਂਟਸ ਨੇ ਜਾਂ ਹੋਟੇਲਸ ਨੇ ਉਹ ਕੀ ਸਮਝਦੇ ਨੇ ਕਿ ਕਸਟਮਰ ਜੋ ਹੈ ਉਹ ਆਲਵੇਜ਼ ਰਾਈਟ ਹੁੰਦਾ ਹੈ, ਉਹ ਹਮੇਸ਼ਾ ਠੀਕ ਕਹਿੰਦਾ ਹੈ। ਇਸ ਕਰਕੇ ਜੋ ਵੀ ਉਹ ਸਾਨੂੰ ਫੀਡਬੈਕ ਦੇ ਵਿੱਚ ਲਿਖ ਕੇ ਜਾਂਦਾ ਹੈ ਉਹਨੂੰ ਅਪਲਾਈ ਕਰੋ ਤਾਂ ਕਿ ਅਸੀਂ ਆਪਣੇ ਕਸਟਮਰ ਨੂੰ ਸੈਟਿਸਫਾਈ ਕਰ ਸਕੀਏ। ਦੈਨ ਫੂਡ ਕੁਆਲਿਟੀ। ਫੂਡ ਕੁਆਲਿਟੀ ਕਿਵੇਂ ਦੀ ਹੋਣੀ ਚਾਹੀਦੀ ਹੈ? ਫੂਡ ਕੁਆਲਿਟੀ ਪਲੇਜ਼ ਐਨ ਇੰਪੋਰਟੈਂਟ ਰੋਲ। ਫੂਡ ਕੁਆਲਿਟੀ ਜੋ ਹੈ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਟੂ ਰਨ ਆਰ ਰੈਸਟੋਰੈਂਟ ਔਰ ਹੋਟੇਲ। ਦ ਫੂਡ ਐਂਡ ਬੇਵਰੇਜਿਸ ਸਰਵਡ ਐਂਡ ਦ ਸਰਵਿਸਿਜ਼ ਆਫਰਡ ਐਟ ਦ ਰੈਸਟੋਰੈਂਟ ਆਰ ਦੀ ਮੇਨ ਇੰਡੀਕੇਟਰਸ ਆਫ ਇਟਸ ਸਟੈਂਡਰਡ। ਸਾਨੂੰ ਕਿੱਥੋਂ ਪਤਾ ਲੱਗਦਾ ਹੈ ਕਿ ਹਾਂਜੀ ਅਸੀਂ ਸਟੈਂਡਰਡ ਨੂੰ ਮੀਟ ਕਰ ਰਹੇ ਹਾਂ? ਇਫ ਅਸੀਂ ਆਪਣੀ ਫੂਡ ਕੁਆਲਿਟੀ ਜੋ ਹੈ ਉਹ ਵਧੀਆ ਰੱਖਦੇ ਹਾਂ। Apart from ensuring that the food prepared is delicious, the restaurant must ensure that it is healthy too and is cooked in a hygienic environment। ਠੀਕ ਹੈ, ਅਸੀਂ ਡਿਲੀਸ਼ੀਅਸ ਫੂਡ ਤਾਂ ਪ੍ਰੋਵਾਈਡ ਕਰ ਰਹੇ ਹਾਂ ਆਪਣੇ ਕਸਟਮਰ ਨੂੰ, ਬਟ ਕੀ ਇਹ ਸਾਡੇ ਕਸਟਮਰ ਲਈ ਹੈਲਦੀ ਵੀ ਹੋਊਗਾ? ਅਤੇ ਜੋ ਅਸੀਂ ਖਾਣਾ ਬਣਾ ਰਹੇ ਹਾਂ ਉਹ ਇੱਕ ਹਾਈਜੀਨਿਕ ਇਨਵਾਇਰਮੈਂਟ ਦੇ ਵਿੱਚ ਬਣਾ ਰਹੇ ਹਾਂ, ਇੱਕ ਵਧੀਆ ਇਨਵਾਇਰਮੈਂਟ ਦੇ ਵਿੱਚ ਬਣਾ ਰਹੇ ਹਾਂ। ਜਿਹੜਾ ਫੂਡ ਹੈ
ਉਹ ਪ੍ਰੋਪਰ ਸੇਫਟੀ ਦੇ ਨਾਲ ਜੋ ਸਟੋਰ ਹੋਣਾ ਚਾਹੀਦਾ ਹੈ। ਜਿਹੜੇ ਫੂਡ ਪ੍ਰੋਡਕਟਸ ਅਸੀਂ ਯੂਜ਼ ਕਰਦੇ ਹਾਂ ਉਹ ਪ੍ਰੋਪਰ ਲੇਬਲਡ ਹੋਣੇ ਚਾਹੀਦੇ ਨੇ, ਕੋਈ ਐਕਸਪਾਇਰੀ ਆਈਟਮ ਨਹੀਂ ਯੂਜ਼ ਕਰਨੀ ਚਾਹੀਦੀ, ਅਤੇ ਆਪਣੇ ਗੈਸਟ ਨੂੰ ਇੱਕ ਵਧੀਆ ਕੁਆਲਿਟੀ ਦਾ ਜੋ ਹੈ ਅਸੀਂ ਫੂਡ ਦੇਣਾ ਹੁੰਦਾ ਹੈ। ਅਸੀਂ ਮੈਨਿਊ ਦੀ ਟਾਈਪ ਦੇਖਦੇ ਹਾਂ, ਪ੍ਰਾਈਸ ਲਿਸਟ ਨਾਲ ਲੱਗੀ ਹੋਈ ਹੈ। ਪ੍ਰਾਈਸ ਕੀ ਹੁੰਦਾ ਹੈ? ਪ੍ਰਾਈਸ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ। ਅਸੀਂ ਕੋਈ ਵੀ ਚੀਜ਼ ਜਦੋਂ ਬਾਏ ਕਰਦੇ ਹਾਂ ਤਾਂ ਉਹਦੇ ਰਿਟਰਨ ਦੇ ਵਿੱਚ ਸਾਨੂੰ ਜੋ ਵੀ ਅਮਾਊਂਟ ਪੇ ਕਰਨੀ ਪੈਂਦੀ ਹੈ ਉਹਨੂੰ ਅਸੀਂ ਪ੍ਰਾਈਸ ਕਹਿੰਦੇ ਹਾਂ। The price of food items in a restaurant determines its profitability. ਪ੍ਰਾਈਸ ਕੀ ਹੁੰਦਾ ਹੈ? ਜੋ ਪੈਸਾ ਜੋ ਹੈ ਜਾਂ ਪ੍ਰਾਈਸ ਅਸੀਂ ਕਹਿ ਸਕਦੇ ਹਾਂ, ਇੱਕ ਦਾਮ ਕਹਿ ਸਕਦੇ ਹਾਂ, ਮੁੱਲ ਕਹਿ ਸਕਦੇ ਹਾਂ, ਉਹ ਕੀ ਹੈ? ਰੈਸਟੋਰੈਂਟ ਦੀ ਪ੍ਰੋਫਿਟੇਬਿਲਿਟੀ, ਮਤਲਬ ਕਿ ਹਾਂਜੀ ਸਾਨੂੰ ਕਿੰਨਾ ਪ੍ਰੋਫਿਟ ਹੋ ਰਿਹਾ ਹੈ ਉਹ ਡਿਟਰਮਾਈਨ ਕਰਦਾ ਹੈ। ਰੈਸਟੋਰੈਂਟ ਫੂਡ ਇਜ਼ ਮੋਰ ਐਕਸਪੈਂਸਿਵ ਐਜ਼ ਕੰਪੇਅਰ ਟੂ ਦੀ raw food items bought from the market, as one is not only paying for the food but also for someone's efforts in preparing the meal, serving it and cleaning the area. ਜੇ ਦੇਖਿਆ ਜਾਵੇ ਤਾਂ ਜਿਹੜਾ ਕੱਚਾ ਭੋਜਨ ਹੈ ਉਹ ਬਹੁਤ ਸਸਤਾ ਹੁੰਦਾ ਹੈ ਐਜ਼ ਕੰਪੇਅਰ ਟੂ ਰੈਸਟੋਰੈਂਟ ਫੂਡ। ਫਿਰ ਅਸੀਂ ਇੰਨਾ ਕਿਉਂ ਪੇ ਕਰਦੇ ਹਾਂ? ਗੈਸਟ ਜੋ ਹੈ ਉਹ ਇੰਨਾ ਕਿਉਂ ਪੇ ਕਰਦਾ ਹੈ? ਉਹ ਇਸ ਕਰਕੇ ਪੇ ਕਰਦਾ ਹੈ ਬਿਕੋਜ਼ ਉਹ ਉੱਥੋਂ ਦਾ ਐਟਮੋਸਫੀਅਰ ਇੰਜੋਏ ਕਰਨ ਜਾਂਦਾ ਹੈ, ਪਲੱਸ ਉਹ ਹੋਰ ਕਿਹਦੇ ਪੈਸੇ ਪੇ ਕਰਦਾ ਹੈ? ਫੂਡ ਜਿਹੜਾ ਬਣਾਉਂਦਾ ਹੈ ਉਹਦੇ ਐਫਰਟਸ ਨੂੰ ਪੇ ਕਰਦਾ ਹੈ, ਪਲੱਸ ਜਿਹੜਾ ਸਾਨੂੰ ਕਲੀਨਿੰਗ ਏਰੀਆ ਮਿਲਦਾ ਹੈ ਉਹਨੂੰ ਪੇ ਕਰਦਾ ਹੈ। ਐਵਰੀਥਿੰਗ ਦੈਟ ਗੋਜ਼ ਇਨਟੂ ਦ ਪਲੇਟ ਇਜ਼ ਚਾਰਜਡ। ਜਿਹੜੀ ਵੀ ਗੈਸਟ ਕੋਲ ਰੈਸਟੋਰੈਂਟ ਦੇ ਵਿੱਚ ਪਲੇਟ ਦੇ ਵਿੱਚ ਰੱਖ ਕੇ ਜੋ ਵੀ ਚੀਜ਼ ਜਾਂਦੀ ਹੈ ਉਹ ਸਭ ਦੇ ਪੈਸੇ ਲੱਗਦੇ ਹਨ। ਜੋ ਰੈਸਟੋਰੈਂਟ ਹੈ ਉਹ ਹੋਰ ਵੀ ਆਪਣੇ ਇੰਟਰਨਲ ਐਕਸਪੈਂਸਿਸ ਜਿਵੇਂ ਕਿ ਇੰਪਲੋਈਜ਼ ਦੀ ਸੈਲਰੀ ਦੇਣੀ, ਰੈਂਟ ਦੇਣਾ, ਇਲੈਕਟ੍ਰੀਸਿਟੀ, ਵਾਟਰ ਬਿਲਸ ਦੇਣੇ, ਇਹ ਸਾਰੀਆਂ ਚੀਜ਼ਾਂ ਇੱਕ ਰੈਸਟੋਰੈਂਟ ਕਿੱਥੋਂ ਕੱਢੂਗਾ? ਆਪਣੇ ਗੈਸਟ ਤੋਂ। ਕੁਆਲਿਟੀ ਸਰਵਿਸ, ਦਿਸ ਇਨਕਲੂਡਸ ਐਵਰੀਥਿੰਗ ਫਰੋਮ ਐਂਬੀਐਂਸ ਟੂ ਦੀ ਫੂਡ ਬੀਂਗ ਸਰਵਡ ਐਂਡ ਸਰਵਿੰਗ ਦੀ ਕਰੈਕਟ ਆਰਡਰ ਟੂ ਦੀ ਸਪੀਡ ਆਫ ਸਰਵਿਸ। ਇੱਕ ਕਸਟਮਰ ਵੀ ਸਾਨੂੰ, ਇੱਕ ਗੈਸਟ ਵੀ ਕਿਉਂ ਪੇ ਕਰੂਗਾ? ਇਫ ਦੇ ਆਰ ਇੰਜੋਇੰਗ ਐਂਬੀਐਂਸ, ਜੇਕਰ ਉਹਨਾਂ ਨੂੰ ਫੂਡ ਵਧੀਆ ਮਿਲ ਰਿਹਾ ਹੈ, ਸਰਵ ਵਧੀਆ ਕਰੈਕਟ ਆਰਡਰ ਦੇ ਵਿੱਚ ਹੋ ਰਿਹਾ ਹੈ, ਸਪੀਡ ਆਫ ਸਰਵਿਸ ਗੁੱਡ ਹੈ, ਦੈਨ ਉਹ ਅੱਛਾ ਪ੍ਰਾਈਸ ਪੇ ਕਰੂਗਾ। ਇਹਦੇ ਨਾਲ ਕੀ ਹੈ? ਠੀਕ ਹੈ, ਕਸਟਮਰ ਸਾਨੂੰ ਪੇ ਕਰਦਾ ਹੈ ਬਟ ਇਨ ਰਿਟਰਨ ਵੀ ਹੈਵ ਟੂ ਸੈਟਿਸਫਾਈ ਆਰ ਕਸਟਮਰ। ਆਪਾਂ ਨੂੰ ਆਪਣੇ ਕਸਟਮਰ ਨੂੰ ਵੀ ਸੈਟਿਸਫਾਈ ਕਰਨਾ ਹੈ ਸੋ ਦੈਟ ਅਗੇਨ ਫਿਰ ਤੁਹਾਡੇ ਕੋਲ ਗੈਸਟ ਫੂਡ ਦੇ ਲਈ ਆਵੇ। ਜੇਕਰ ਇੱਕ ਕਸਟਮਰ ਸੈਟਿਸਫਾਈ ਹੁੰਦਾ ਹੈ ਤਾਂ ਜਿਹੜਾ ਰੈਸਟੋਰੈਂਟ ਉਹ ਆਪਣੇ ਗੋਲਸ ਅਚੀਵ ਕਰਨ ਦੇ ਵਿੱਚ ਸਕਸੈਸ ਹੋ ਜਾਂਦਾ ਹੈ। ਇੱਥੇ ਆਪਾਂ ਇੱਕ ਗੱਲ ਹੋਰ ਕਰਾਂਗੇ ਦੈਟ ਕਿ ਪ੍ਰਾਈਸ ਜੋ ਹੈ ਉਹ ਬਹੁਤ ਹੀ ਧਿਆਨ ਨਾਲ ਅਸੀਂ ਫਿਕਸ ਕਰਦੇ ਹਾਂ। ਇਹ ਡਿਪੈਂਡ ਕਰਦਾ ਹੈ, ਹਰ ਇੱਕ ਰੈਸਟੋਰੈਂਟ ਦਾ ਆਪਣਾ ਇੱਕ ਫਿਕਸਡ ਪ੍ਰਾਈਸ ਹੈ ਐਂਡ ਹਰ ਇੱਕ ਜੋ ਹੋਟਲ ਹੈ ਉਹਦਾ ਆਪਣਾ ਇੱਕ ਫਿਕਸਡ ਪ੍ਰਾਈਸ ਹੈ। ਇਹ ਹੋਟਲ ਟੂ ਹੋਟਲ, ਰੈਸਟੋਰੈਂਟ ਟੂ ਰੈਸਟੋਰੈਂਟ ਡਿਫਰ ਕਰਦਾ ਹੈ। ਹਰ ਇੱਕ ਰੈਸਟੋਰੈਂਟ ਨੇ ਆਪਣੇ ਸਟੈਂਡਰਡਸ ਦੇ ਅਕੋਰਡਿੰਗ ਜਾਂ ਫਿਰ ਆਪਣੀਆਂ ਜੋ ਵੀ ਰਿਕੁਆਇਰਮੈਂਟਸ ਦੇ ਅਕੋਰਡਿੰਗ ਇੱਕ ਜੋ ਪ੍ਰਾਈਸ ਹੈ ਉਹ ਸੈੱਟ ਕੀਤਾ ਹੁੰਦਾ ਹੈ। ਇਸ ਕਰਕੇ ਅਸੀਂ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਦੇ ਪ੍ਰਾਈਸ ਨੂੰ ਚੈਲੰਜ ਨਹੀਂ ਕਰ ਸਕਦੇ ਕਿ ਇਹ ਪ੍ਰਾਈਸ ਜ਼ਿਆਦਾ ਹੈ ਜਾਂ ਇਹ ਘੱਟ ਹੈ, ਬਿਕੋਜ਼ ਉਸ ਟਾਈਮ ਜੋ ਵੀ ਅਸੀਂ ਉੱਥੇ ਫੂਡ ਖਾ ਰਹੇ ਹਾਂ ਜਾਂ ਕੁਛ ਵੀ ਆਪਾਂ ਉੱਥੋਂ ਦੀਆਂ ਸਰਵਿਸਿਜ਼ ਲੈ ਰਹੇ ਹਾਂ ਤਾਂ ਉਹ ਪ੍ਰਾਈਸ ਜੋ ਹੈ ਉਹ ਅਕੋਰਡਿੰਗਲੀ ਸੈੱਟ ਕੀਤਾ ਹੁੰਦਾ ਹੈ ਸਟੈਂਡਰਡਸ 'ਤੇ ਕਿ ਹਾਂ ਸਟੈਂਡਰਡਸ ਮੀਟ ਕਰਦੇ ਹਨ ਜਾਂ ਨਹੀਂ। ਇਸ ਕਰਕੇ ਪ੍ਰਾਈਸ ਦੀ ਜੋ ਪ੍ਰਾਈਸ ਹੈ ਜੋ ਉਹ ਬਹੁਤ ਹੀ ਧਿਆਨ ਦੇ ਨਾਲ ਸੈੱਟ ਕੀਤਾ ਜਾਂਦਾ ਹੈ। ਪ੍ਰਾਈਸ ਬਹੁਤ ਇੰਪੋਰਟੈਂਟ ਪਾਰਟ ਹੈ ਕਿਸੇ ਵੀ ਰੈਸਟੋਰੈਂਟ ਦੇ ਲਈ, ਬਿਕੋਜ਼ ਕਿਸੇ ਵੀ ਰੈਸਟੋਰੈਂਟ ਨੂੰ ਆਪਣੀਆਂ ਜੋ ਖਰਚੇ ਨੇ ਉਹ ਸਾਰੇ ਤਾਂ ਹੀ ਨਿਕਲ ਸਕਦੇ ਨੇ ਜੇਕਰ ਕਸਟਮਰ ਜੋ ਗੈਸਟ ਹੈ ਉਹ ਸੈਟਿਸਫਾਈ ਹੋਊਗਾ, ਦੈਨ ਉਹ ਸਾਨੂੰ ਪੇ ਕਰੂਗਾ ਇਨ ਰਿਟਰਨ।
ਕਸਟਮਰ ਵੀ ਸੈਟਿਸਫਾਈ ਤਾਂ ਹੋਊਗਾ ਜੇਕਰ ਅਸੀਂ ਉਹਨੂੰ ਅੱਛੀਆਂ ਸਰਵਿਸਿਜ਼ ਪ੍ਰੋਵਾਈਡ ਕਰਾਂਗੇ। ਜੋ ਸਾਡੇ ਇੰਪਲੋਈਜ਼ ਨੇ ਉਹ ਬੈਟਰ ਵੇ ਦੇ ਨਾਲ ਉਹਨਾਂ ਨੂੰ ਗਰੀਟ ਕਰਨਗੇ। ਫੂਡ ਦੀ ਕੁਆਲਿਟੀ ਗੁੱਡ ਹੋਊਗੀ ਜੋ ਅਸੀਂ ਫੂਡ ਉਹਨਾਂ ਨੂੰ ਪ੍ਰੋਵਾਈਡ ਕਰਵਾਉਣੇ ਹੈ। ਐਂਡ ਸਾਡੀ ਸਰਵਿਸ ਸਪੀਡ ਹੈ ਉਹ ਵਧੀਆ ਹੋਊਗੀ। ਇਸੇ ਕਰਕੇ ਹੀ ਇੱਕ ਕਸਟਮਰ ਹੈ ਜੋ ਉਹ ਸਾਡੇ ਕੋਲ ਦੁਬਾਰਾ ਆਵੇਗਾ। ਕਸਟਮਰ ਸੈਟਿਸਫੈਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕਾਜ਼ ਜੇਕਰ ਅਸੀਂ ਇੱਕ ਕਸਟਮਰ ਨੂੰ ਸੈਟਿਸਫਾਈ ਕਰਦੇ ਹਾਂ ਤਾਂ ਉਹ ਅੱਗੇ ਜਾ ਕੇ ਹੋਰ ਆਪਣੇ ਫਰੈਂਡਸ, ਕੋਲੀਗਸ, ਸੁਸਾਇਟੀ ਮੈਂਬਰਸ, ਰਿਲੇਟਿਵਸ ਬਾਕੀਆਂ ਨੂੰ ਵੀ ਜਾ ਕੇ ਦੱਸੂਗਾ। ਇਹਦੇ ਨਾਲ ਕੀ ਹੈ, ਸਾਡੇ ਰੈਸਟੋਰੈਂਟ ਐਂਡ ਹੋਟਲ ਦੀ ਮਾਰਕੀਟਿੰਗ ਵੀ ਹੁੰਦੀ ਹੈ ਐਂਡ ਹੋਰ ਜਿਹੜੇ ਕਸਟਮਰਸ ਨੇ ਜਾਂ ਹੋਰ ਜਿਹੜੇ ਗੈਸਟ ਨੇ ਉਹ ਵੀ ਸਾਡੇ ਕੋਲ ਜ਼ਿਆਦਾ ਆਉਣਗੇ ਇਫ ਵੀ ਆਰ ਪ੍ਰੋਵਾਈਡਿੰਗ ਗੁੱਡ ਕੁਆਲਿਟੀ ਆਫ ਫੂਡ। ਆਰ ਪ੍ਰਾਈਜ਼ ਆਰ ਗੁੱਡ। ਜੇਕਰ ਅਸੀਂ ਆਪਣੇ ਪ੍ਰਾਈਜ਼ ਨੇ ਉਹ ਅਸੀਂ ਠੀਕ ਰੱਖਦੇ ਹਾਂ, ਨਾ ਹੀ ਜ਼ਿਆਦਾ ਐਕਸਪੈਂਸਿਵ ਨਾ ਹੀ ਅਕੋਰਡਿੰਗ ਟੂ ਸਟੈਂਡਰਡ ਆਫ ਦ ਰੈਸਟੋਰੈਂਟ ਐਂਡ ਹੋਟਲ, ਫਿਰ ਹੀ ਜੋ ਸਾਡੇ ਕੋਲ ਜਿਹੜਾ ਕਸਟਮਰ ਹੈ ਉਹ ਆਏਗਾ ਐਂਡ ਸਾਡਾ ਰੈਸਟੋਰੈਂਟ ਜੋ ਹੈ ਉਹ ਇੱਕ ਵਧੀਆ ਜੋ ਆਪਣੇ ਉਹਨਾਂ ਨੇ ਗੋਲਸ ਏਮਸ ਸੈੱਟ ਕੀਤੇ ਨੇ ਉਹਨੂੰ ਅਚੀਵ ਕਰਨ ਦੇ ਵਿੱਚ ਸਕਸੈਸਫੁਲ ਹੋ ਪਾਏਗਾ। ਸੋ ਬੱਚਿਓ, ਆਈ ਹੋਪ ਕਿ ਤੁਹਾਨੂੰ ਇਹ ਸਾਰਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਹੈ। ਇਹ ਸਾਰਾ ਯੂਨਿਟ 5th ਦੇ ਬਾਰੇ ਸੀ। ਇਸ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ ਹੈ ਅਤੇ ਸਮਝਣਾ ਹੈ ਇਸ ਯੂਨਿਟ ਦੇ ਵਿੱਚ ਕਿ ਅਸੀਂ ਕੀ ਪੜ੍ਹਿਆ ਹੈ। ਬਹੁਤ ਹੀ ਇੰਟਰਸਟਿੰਗ ਯੂਨਿਟ ਸੀ ਇਹ ਐਂਡ ਇਹਨੂੰ ਬੜੇ ਹੀ ਧਿਆਨ ਨਾਲ ਕਰਨਾ ਹੈ ਅਤੇ ਸਾਰਾ ਜੋ ਹੈ ਪ੍ਰੋਪਰ ਵੇ ਦੇ ਨਾਲ ਸਮਝ ਕੇ ਫਿਰ ਉਸ ਤੋਂ ਬਾਅਦ ਅਪਲਾਈ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਆਈ ਹੋਪ ਕਿ ਤੁਹਾਨੂੰ ਸਾਰਾ ਚੰਗੀ ਤਰ੍ਹਾਂ ਸਮਝ ਆਇਆ ਹੋਣਾ ਹੈ। ਸੋ ਦਿਸ ਇਜ਼ ਆਲ। ਵਿਸ਼ ਯੂ ਗੁੱਡ ਲੱਕ। ਥੈਂਕ ਯੂ।